बीज रूप आत्मावां 108, 1008, 16,000, 9 ਲੱਖ। परम शांति जो बेहद यानी बेअंत दियां आत्मावां हन 108, 1008, 16,000 ਅਤੇ 9 ਲੱਖ। ਉਹਨਾਂ ਨੇ ਅੱਗੇ ਕੋਈ ਵੀ ਰਚਨਾ ਨਹੀਂ ਕੀਤੀ ਹੈ। ਇਹ ਅੱਜ ਤੱਕ ਮੈਂ ਮਤਲਬ ਬਾਪੂ ਜੀ ਨੇ ਕਦੀ ਨਹੀਂ ਦੱਸਿਆ ਹੈ। ਮੈਂ ਅੱਜ ਕਲੈਰੀਫਾਈ ਮਤਲਬ ਸਪਸ਼ਟ ਕਰ ਰਿਹਾ ਹਾਂ, ਬੇਹੱਦ ਦੇ ਬੱਚਿਆਂ ਨੂੰ ਸਾਫ਼ ਦੱਸ ਰਿਹਾ ਹਾਂ। ਕਿਉਂਕਿ 108 ਨਿਰਾਕਾਰੀ ਮਤਲਬ ਆਕਾਰ ਤੋਂ ਰਹਿਤ ਰੂਪ ਤੇ 198 ਕਰੋੜ ਸਾਲ ਪਹਿਲਾਂ ਛੋਟੂ ਰਾਮ ਨੇ ਰਚਨਾ ਕੀਤੀ ਸੀ ਅਤੇ 15 ਲੱਖ ਸਾਲ ਪਹਿਲਾਂ ਧਰਤੀ ਤੇ ਲੈ ਕੇ ਆਏ ਛੋਟੂ ਰਾਮ। ਸਭ ਤੋਂ ਪਹਿਲਾਂ ਵਾਲੀਆਂ ਨਿਰਾਕਾਰ 108 ਆਤਮਾਵਾਂ ਨੂੰ। ਨਿਰਾਕਾਰ 108 ਆਤਮਾਵਾਂ ਦੀ ਰਚਨਾ ਬੇਹੱਦ ਦੇ ਪਰਮ ਧਾਮ 'ਚ ਹੋਈ। ਛੋਟੂ ਰਾਮ ਦੀ ਰਚਨਾ ਅਤੇ ਇੱਕ ਹੋਰ ਆਤਮਾ ਦੀ ਵੀ ਰਚਨਾ ਆਲਮਾਈਟੀ ਅਥਾਰਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਨੇ ਬੇਹੱਦ ਦੇ ਪਰਮ ਧਾਮ 'ਚ ਹੀ ਕੀਤੀ। ਉਸ ਨੇ ਸਿਰਫ 2 ਆਤਮਾਵਾਂ ਹੀ ਬਣਾਈਆਂ। ਵੱਡੀ ਦਾ ਨਾਂ ਬਲਰਾਮ ਰੱਖਿਆ ਅਤੇ ਛੋਟੀ ਦਾ ਨਾਂ ਛੋਟੂ ਰਾਮ ਰੱਖਿਆ। ਇਹਨਾਂ ਸਭ ਦੀ ਰਚਨਾ ਬੇਹੱਦ ਦੇ ਪਰਮ ਧਾਮ 'ਤੇ ਹੀ ਹੋਈ। ਅੱਜ ਤੋਂ 15 ਲੱਖ ਸਾਲ ਪਹਿਲਾਂ 108 ਅਤੇ 1008 ਦੀ ਰਚਨਾ ਕੀਤੀ, ਜੋ ਕਿ ਪਰਮ ਧਾਮ 'ਤੇ ਕੰਮ ਕਰ ਰਹੇ ਹਨ। ਫਿਰ ਬਾਅਦ 'ਚ ਸਮਾਂ ਆਉਣ 'ਤੇ ਉਹਨਾਂ ਨੂੰ ਨੀਚੇ ਲੈ ਕੇ ਆਏ ਛੋਟੂ ਰਾਮ। 108 ਨੂੰ ਪਹਿਲਾਂ ਹੀ ਅੱਜ ਤੋਂ 15 ਲੱਖ ਸਾਲ ਪਹਿਲਾਂ ਹੀ ਨੀਚੇ ਲੈ ਆਏ ਸਨ ਅਤੇ ਧਰਤੀ ਤੋਂ 500 ਕਿਲੋਮੀਟਰ ਉੱਤੇ ਗੋਲਾ ਬਣਾ ਕੇ ਕੰਮ ਕਰ ਰਹੇ ਸਨ। ਪਰ ਹੁਣ ਉੱਤੇ 5000 ਕਿਲੋਮੀਟਰ ਤੇ ਗੋਲਾ ਬਣਾ ਕੇ ਕੰਮ ਕਰ ਰਹੇ ਹਨ। ਆਕਾਰੀ ਰੂਪ ਤੇ 108 ਅਤੇ 1008 ਦੋਨੋਂ ਕੰਮ ਕਰ ਰਹੇ ਹਨ। 108 ਅਤੇ 1008 ਦੇ ਸਾਕਾਰੀ ਅਤੇ ਆਕਾਰੀ ਦੋਨੋਂ ਰੂਪ ਹਨ। 16,000 ਅਤੇ 9 ਲੱਖ ਦੇ ਨਹੀਂ ਹਨ। ਬੇਹੱਦ ਦੀ ਕਿਸੇ ਵੀ ਆਤਮਾ ਨੇ ਕੋਈ ਵੀ ਰਚਨਾ ਨਹੀਂ ਕੀਤੀ ਹੈ। ਇਹ ਸਾਰੀਆਂ 5000 ਸਾਲ ਤੋਂ ਹੀ ਧਰਤੀ 'ਤੇ ਸਾਕਾਰ 'ਚ ਆਈਆਂ ਹਨ ਅਤੇ ਧਰਤੀ 'ਤੇ ਜਨਮ ਮਰਨ ਦੇ ਚੱਕਰਾਂ 'ਤੇ ਆਉਂਦੀਆਂ ਰਹੀਆਂ। ਇਸ ਕਰਕੇ ਇਹਨਾਂ ਨੂੰ ਕੋਈ ਵੀ ਰਚਨਾ ਮਤਲਬ ਆਪਣੀ ਬਣਤ ਨਹੀਂ ਬਣਾਈ ਹੈ। ਬਾਕੀ ਧਰਤੀ 'ਤੇ ਤੁਸੀਂ ਜੋ ਵੀ ਮਨੁੱਖ ਵੇਖਦੇ ਹੋ, ਜੋ 33 ਕੋਟੀ ਮਤਲਬ 33 ਤਰ੍ਹਾਂ ਦੇ ਦੇਵੀ ਦੇਵਤੇ ਹਨ, ਉਹ 198 ਕਰੋੜ ਸਾਲ ਪਹਿਲਾਂ G2 ਤੋਂ ਧਰਤੀ 'ਤੇ ਆਏ ਹਨ। 198 ਕਰੋੜ ਸਾਲ ਪਹਿਲਾਂ ਮਤਲਬ ਬ੍ਰਹਮੰਡ ਦਾ ਪਹਿਲਾ ਪਰਾਧ ਯਾਨੀ ਬ੍ਰਹਮੰਡ ਦੇ ਸਮੇਂ ਦਾ ਪਹਿਲਾ ਅੱਧ ਹੋਇਆ ਸੀ। ਦੂਸਰਾ ਪਰਾਧ ਯਾਨੀ ਦੂਸਰਾ ਅੱਧ ਸ਼ੁਰੂ ਹੋਣ ਦੀ ਤਿਆਰੀ ਸੀ। ਉਦੋਂ ਆਲਮਾਈਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਬੇਹੱਦ ਦੇ PM ਮਤਲਬ ਪ੍ਰਧਾਨ ਮੰਤਰੀ ਨਾਲ ਨਿਰਾਕਾਰ ਰੂਪ ਤੇ ਇਸ ਬ੍ਰਹਮੰਡ ਯਾਨੀ ਸਾਡੇ ਬ੍ਰਹਮੰਡ ਤੇ ਆਏ ਸੀ। ਉਦੋਂ ਸਾਡਾ ਬ੍ਰਹਮੰਡ ਅਸਤ ਵਿਅਸਤ ਮਤਲਬ ਖਿਲਰਿਆ ਅਤੇ ਟੁੱਟਿਆ ਫੁੱਟਿਆ ਹੋਇਆ ਸੀ ਤੇ ਉਸ ਸਮੇਂ ਤੇ ਬ੍ਰਹਮਾ ਦੇ 100 ਸਾਲ ਦਾ ਪਹਿਲਾ ਅੱਧ ਯਾਨੀ ਪਹਿਲੇ 50 ਸਾਲ ਦੇ ਜੋ ਦੇਵਤੇ ਦੈਤ ਮਨੁੱਖ ਸਨ, ਉਹ ਸਭ ਨੀਚੇ ਟੁੱਟੇ ਫੁੱਟੇ ਬ੍ਰਹਮੰਡ 'ਚ ਸਨ ਅਤੇ ਬ੍ਰਹਮੰਡ ਤੇ ਬਹੁਤ ਪਾਵਰ ਲਾਸ ਯਾਨੀ ਪਾਵਰ ਦਾ ਘਾਟਾ ਸੀ। ਬ੍ਰਹਮੰਡ ਨਾ ਦੇ ਬਰਾਬਰ ਸੀ, ਜਿਸ ਤਰ੍ਹਾਂ ਖਿਲਰਿਆ ਅਤੇ ਟੁੱਟਿਆ ਫੁੱਟਿਆ ਬ੍ਰਹਮੰਡ ਲੱਗਦਾ ਸੀ। ਤੇ ਆਂਦੇ ਹੀ ਇੱਕਦਮ ਆਲਮਾਈਟੀ ਨੇ ਜਿਹੜੀ ਸਭ ਤੋਂ ਪਹਿਲੀ ਰਚਨਾ ਕੀਤੀ ਉਸ ਨੂੰ ਬਲਰਾਮ ਕਿਹਾ ਤੇ ਬਲਰਾਮ ਨੂੰ ਇੱਕਦਮ ਕਿਹਾ ਕਿ ਇਸ ਬ੍ਰਹਮੰਡ ਨੂੰ ਠੀਕ ਕਰੋ ਅਤੇ ਇਸ ਬ੍ਰਹਮੰਡ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਦਿੱਤੀ। ਉਸ ਨੇ ਮਤਲਬ ਜੋ ਬ੍ਰਹਮੰਡ ਨੂੰ ਠੀਕ ਕਰ ਰਿਹਾ ਸੀ ਜਾਨੀ ਬਲਰਾਮ ਰੂਪੀ ਸ਼ਿਵ ਨੇ ਫਿਰ ਆਪਣੇ ਅੰਦਰੋਂ ਸ਼ਕਤੀ ਕੱਢ ਕੇ ਸ਼ਿਵ ਸ਼ਕਤੀ ਦੋਨਾਂ ਦਾ ਮਤਲਬ ਸ਼ਿਵ ਅਤੇ ਸ਼ਕਤੀ ਜਾਨੀ ਪਾਵਰ ਦਾ ਕੰਮ ਕੀਤਾ। 198 ਕਰੋੜ ਸਾਲ ਪੂਰੇ ਬ੍ਰਹਮੰਡ ਦੀ ਰੱਖਿਆ ਕੀਤੀ, ਸੰਰਖਣ ਕੀਤਾ ਮਤਲਬ ਆਪਣੇ ਆਪ ਹੀ ਪੂਰੇ ਬ੍ਰਹਮੰਡ ਦੀ ਪੂਰੀ ਜ਼ਿੰਮੇਵਾਰੀ ਨਾਲ ਰੱਖਿਆ ਕੀਤੀ। ਉਹ ਵੀ ਪੂਰੇ 198 ਕਰੋੜ ਸਾਲ। ਹੁਣ ਉਹ ਵੀ 198 ਕਰੋੜ ਸਾਲ ਤੋਂ ਬ੍ਰਹਮੰਡ ਨੂੰ ਚਲਾ ਰਹੇ ਸੀ ਸ਼ਿਵ ਸ਼ਕਤੀ ਬਣ ਕੇ। ਫਿਰ ਉਹਨਾਂ ਨੇ ਮਤਲਬ ਸ਼ਿਵ ਸ਼ਕਤੀ ਨੇ ਮਿਲ ਕੇ ਇੱਕ ਰੂਪ ਕੱਢਿਆ ਜੋ ਵਿਸ਼ਨੂੰ ਦਾ ਪਾਰਟ ਮਤਲਬ ਕਿਰਦਾਰ ਨਿਭਾ ਰਿਹਾ ਸੀ ਅਤੇ ਬ੍ਰਹਮਾ ਦਾ ਕਿਰਦਾਰ ਜਾਨੀ ਰੋਲ ਜੋ 33 ਕੋਟੀ ਦੇਵੀ ਦੇਵਤੇ G2 ਮਤਲਬ ਗ੍ਰੇਟ ਯੂਨੀਵਰਸ ਤੋਂ ਆਏ ਸਨ, ਉਹਨਾਂ ਵਿੱਚੋਂ ਕਿਸੇ ਇੱਕ ਨੇ ਕੀਤਾ ਤੇ 33 ਕੋਟੀ ਦੇਵੀ ਦੇਵਤੇ ਵੀ G2 ਤੋਂ ਆਏ ਹਨ। ਪਹਿਲਾਂ ਉਹ ਨਿਰਾਕਾਰੀ ਰੂਪ ਤੇ ਪਰਮ ਧਾਮ ਤੇ ਆਏ, ਫਿਰ ਆਕਾਰੀ ਰੂਪ ਤੇ ਨੀਚੇ ਆਂਦੇ ਗਏ ਅਤੇ ਉਹਨਾਂ ਨੇ ਵੀ ਆਪਣੇ ਅੰਦਰੋਂ ਕਈ ਰੂਪ ਕੱਢ ਕੇ ਕਈ ਰਚਨਾਵਾਂ ਕੀਤੀਆਂ
ਜਦੋਂ 33 ਕੋਟੀ ਦੇਵੀ ਦੇਵਤੇ ਆਕਾਰੀ ਰੂਪ ਦੇ ਸਨ, ਉਦੋਂ ਉਹਨਾਂ ਨੇ ਬਹੁਤ ਰਚਨਾ ਕੀਤੀ। ਇਸ ਤਰ੍ਹਾਂ 33 ਕੋਟੀ ਦੇਵੀ ਦੇਵਤਿਆਂ ਦੀ ਰਚਨਾ ਮਲਟੀਪਲਾਈ ਯਾਨੀ ਗੁਣਾ ਹੁੰਦੀ ਰਹੀ। ਬਾਕੀ ਜੋ ਤੁਸੀਂ ਵੇਖ ਰਹੇ ਹੋ, ਕਈ ਤਰ੍ਹਾਂ ਦੇ ਧਰਮ, ਮੱਠ, ਪੰਥ, ਸੰਪਰਦਾ ਜੋ ਆਏ ਹਨ, ਉਹ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਉਹ ਵੱਖ-ਵੱਖ ਜਗ੍ਹਾ ਤੋਂ, ਕੋਈ ਵੱਖ-ਵੱਖ ਗੈਲੈਕਸੀਆਂ ਤੋਂ ਆਏ ਹਨ, ਕੋਈ ਦੂਸਰੇ ਸੋਲਰ ਸਿਸਟਮ ਤੋਂ ਆਏ ਹਨ ਅਤੇ ਆਪਣੀ ਆਪਣੀ ਸੰਸਕ੍ਰਿਤੀ ਮਤਲਬ ਸੱਭਿਆਚਾਰ ਉੱਤੋਂ ਹੀ ਲੈ ਕੇ ਆਏ ਹਨ। ਇਸ ਕਰਕੇ ਇੱਥੇ ਧਰਤੀ ਤੇ ਆ ਕੇ ਵੀ ਇਹਨਾਂ ਦਾ ਰਚਨਾਕਾਰ ਉੱਤੇ ਸੂਖਮ ਵਤਨ ਤੇ ਵੀ ਹੈ ਅਤੇ ਇਹਨਾਂ ਦੀ ਰਚਨਾ ਅਸਥੂਲ ਯਾਨੀ 5 ਤੱਤਾਂ ਦੇ ਜਗਤ ਤੇ ਵੀ ਹੈ। ਆਪਣੇ ਸੱਭਿਆਚਾਰ ਨੂੰ ਦੱਸਣ ਅਤੇ ਫੈਲਾਉਣ ਲਈ ਇਹਨਾਂ ਨੇ ਆਪਣੇ ਕਈ ਤਰ੍ਹਾਂ ਦੇ ਧਰਮ, ਮੱਠ, ਪੰਥ, ਸੰਪਰਦਾ ਦੀ ਸਥਾਪਨਾ ਕੀਤੀ। ਸੂਖਮ ਜਗਤ ਇਹਨਾਂ ਨਾਲ ਭਰਿਆ ਹੋਇਆ ਹੈ। ਐਸੀ ਤਰ੍ਹਾਂ ਇਹ ਸੂਖਮ ਜਗਤ ਤੋਂ ਸਥੂਲ ਜਗਤ ਤੇ ਆਏ। ਧਰਤੀ ਤੇ ਕਦੇ ਵੀ 250 ਕਰੋੜ ਤੋਂ ਜ਼ਿਆਦਾ ਲੋਕੀ ਨਹੀਂ ਹੋਏ, ਕਲਯੁਗ ਦੇ ਅੰਤ ਤੇ ਵੀ ਨਹੀਂ। ਪਰ ਇਸ ਹੀ ਵਾਰ ਐਨੇ ਕਈ ਤਰ੍ਹਾਂ ਦੇ ਧਰਮ, ਪੰਥ, ਮੱਠ, ਸੰਪਰਦਾਇ ਵਾਲੇ ਇੱਥੇ ਆਏ ਹਨ, ਕਿਉਂਕਿ ਇਹਨਾਂ ਸਾਰਿਆਂ ਨੇ ਕਿਹਾ ਹੈ ਕਿ ਕਿਆਮਤ ਦੇ ਦਿਨ ਮਤਲਬ ਜਿਸ ਦਿਨ ਧਰਤੀ ਦਾ ਆਖਰੀ ਦਿਨ ਹੋਏਗਾ, ਉਸ ਦਿਨ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨੂਰ ਸਰੂਪ ਯਾਨੀ ਪ੍ਰਕਾਸ਼ ਦਾ ਰੂਪ ਧਾਰਨ ਕਰਕੇ ਧਰਤੀ ਤੇ ਆ ਕੇ ਸਾਰੀਆਂ ਆਤਮਾਵਾਂ ਦਾ ਨਿਆਂ ਕਰੇਗਾ। ਐਸੀ ਤਰ੍ਹਾਂ ਕਿਸੇ ਦੂਸਰੇ ਧਰਮ ਵਾਲਿਆਂ ਨੇ ਵੀ ਕਿਹਾ ਹੈ ਕਿ ਜਜਮੈਂਟ ਡੇ ਯਾਨੀ ਨਿਆਂ ਵਾਲੇ ਦਿਨ ਨਿਆਂ ਹੋਏਗਾ, ਸਾਰੀਆਂ ਆਤਮਾਵਾਂ ਦਾ ਨਿਆਂ ਹੋਏਗਾ। ਐਸੀ ਤਰ੍ਹਾਂ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਕਿਹਾ ਹੈ ਕਿਆਮਤ ਦਾ ਦਿਨ ਯਾਨੀ ਧਰਤੀ ਦਾ ਆਖਰੀ ਨਿਆਂ ਵਾਲਾ ਦਿਨ। ਐਸੀ ਤਰ੍ਹਾਂ ਦੀਆਂ ਹੋਰ ਵੀ ਸਭ ਗੱਲਾਂ ਹਨ, ਪਰ ਇਹਨਾਂ ਸਾਰਿਆਂ ਨੂੰ ਅਸਲੀਅਤ ਨਹੀਂ ਪਤਾ ਹੈ। ਇਹ ਸਾਰੇ ਆਪਣੇ ਆਪਣੇ ਪੈਗੰਬਰਾਂ, ਧਰਮ ਪਿਤਾ, ਧਰਮ ਗੁਰੂਆਂ ਦਾ ਸੋਚ ਰਹੇ ਹਨ ਕਿ ਉਹ ਧਰਤੀ ਤੇ ਅੰਤ ਸਮੇਂ ਤੇ ਆ ਕੇ ਸਾਰੀਆਂ ਆਤਮਾਵਾਂ ਦਾ ਨਿਆਂ ਕਰਨਗੇ। ਪਰ ਉਹ ਸਾਰੇ ਤੇ ਆਲਮਾਈਟੀ ਅਥਾਰਟੀ ਦੇ ਮੈਸੇਂਜਰ ਮਤਲਬ ਸੁਨੇਹਾ ਦੇਣ ਵਾਲੇ ਹਨ। ਆਪ ਸਰਵ ਸ਼ਕਤੀਮਾਨ ਪਰਮਾਤਮਾ ਨਹੀਂ ਹਨ। ਉਹ ਤੇ ਬਹੁਤ ਦੂਰੋਂ ਦੂਰੋਂ ਆਏ ਹਨ। ਕੋਈ ਬਹੁਤ ਦੂਰ ਦੀ ਗੈਲੈਕਸੀ ਦਾ ਰਚਨਾਕਾਰ ਹੈ, ਕੋਈ ਯੂਨੀਵਰਸ ਦਾ ਰਚਨਾਕਾਰ ਹੈ। ਧਰਮ ਪਿਤਾ ਵੀ 2-3 ਕਲਾ ਦੀ ਸ਼ਕਤੀ ਵਾਲੀ ਆਤਮਾਵਾਂ ਹਨ, ਕੋਈ 4-5 ਕਲਾ ਦੀ ਆਤਮਾ ਹੈ ਅਤੇ ਇੱਥੇ ਆ ਕੇ ਇਹਨਾਂ ਨੇ ਉਹਦੇ ਵਿੱਚੋਂ ਵੀ ਆਪਣੀ ਸ਼ਕਤੀ ਘਟਾਈ ਹੈ, ਕਿਉਂਕਿ ਉਹਨਾਂ ਨੇ ਆਪਣੀਆਂ ਰਚਨਾਵਾਂ ਕੀਤੀਆਂ ਹਨ। ਰਚਨਾ ਕਰਨ ਤੇ ਬਹੁਤ ਸ਼ਕਤੀ ਯਾਨੀ ਪਾਵਰ ਵੇਸਟ ਮਤਲਬ ਖਰਚ ਹੋ ਗਈ ਹੈ, ਇਸ ਲਈ ਹੁਣ ਉਹਨਾਂ ਕੋਲ ਕੋਈ ਵੀ ਪਾਵਰ ਨਹੀਂ ਬਚੀ ਹੈ। ਇਸ ਕਰਕੇ ਜਦੋਂ ਕਈ ਤਰ੍ਹਾਂ ਦੇ ਧਰਮਾਂ, ਮੱਠਾਂ, ਪੰਥਾਂ, ਸੰਪਰਦਾਇਆਂ ਦਾ ਗ੍ਰੇਟ 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 ਗ੍ਰੈਂਡਫਾਦਰ ਯਾਨੀ ਉੱਚੇ ਤੋਂ ਉੱਚਾ ਉਹਨਾਂ ਸਾਰਿਆਂ ਦਾ ਪੜਦਾਦਾ ਆਏਗਾ, ਪ੍ਰਤੱਖ ਹੋਏਗਾ ਅਤੇ ਦਰਸ਼ਨ ਦੇਏਗਾ, ਉਦੋਂ ਉਹ ਸਾਰਿਆਂ ਨੂੰ ਮੁਕਤੀ ਅਤੇ ਜੀਵਨ ਮੁਕਤੀ ਦੇਏਗਾ। ਉਹਨਾਂ ਵਿੱਚੋਂ ਸਿਰਫ ਬੇਹੱਦ ਦੀ ਆਤਮਾਵਾਂ ਜਾਂ 33 ਕੋਟੀ ਦੇਵੀ ਦੇਵਤੇ ਹੀ ਜੀਵਨ ਮੁਕਤ ਤੇ ਜਾਣਗੇ। ਹੁਣ ਇਸ ਸਮੇਂ ਤੇ ਧਰਤੀ ਤੇ ਸਾਰੀਆਂ ਆਤਮਾਵਾਂ ਬਹੁਤ ਮਿਕਸ ਯਾਨੀ ਮਿਲੀਆਂ ਹੋਈਆਂ ਹਨ, ਕਈ ਤਰ੍ਹਾਂ ਦੇ ਧਰਮਾਂ, ਮੱਠਾਂ, ਪੰਥਾਂ, ਸੰਪਰਦਾਇਆਂ ਤੇ ਬੇਹੱਦ ਦੀਆਂ ਆਤਮਾਵਾਂ ਅਤੇ 33 ਕੋਟੀ ਦੇਵੀ ਦੇਵਤੇ ਵੀ। ਇਹ ਸਭ ਜਿਸ ਤਰ੍ਹਾਂ ਸਥੂਲ ਜਗਤ ਤੇ ਮਿਕਸ ਹੋ ਗਏ ਹਨ, ਇਸੇ ਤਰ੍ਹਾਂ ਇਹ ਸੂਖਮ ਜਗਤ ਤੇ ਵੀ ਮਿਕਸ ਹੋ ਗਏ ਹਨ। ਮਿਕਸ ਹੋਣ ਕਰਕੇ ਕਿਤੇ ਨਾ ਕਿਤੇ ਉਹ ਕਰਮਾਂ ਦੇ ਬੰਨਣ ਤੇ ਸੂਖਮ ਜਗਤ ਤੇ ਆਏ, ਫਿਰ ਸਥੂਲ ਜਗਤ ਤੇ ਆਏ ਤੇ ਕਰਮਾਂ ਦੇ ਬੰਨਣ ਕਰਕੇ ਯਾਨੀ ਆਪਣੇ ਲੈਣ ਦੇਣ ਦੇ ਸੰਬੰਧਾਂ ਕਰਕੇ ਸਾਰੇ ਕਿਤੇ ਨਾ ਕਿਤੇ ਮਿਕਸ ਹੁੰਦੇ ਗਏ। ਹੁਣ 5 ਤੱਤਾਂ ਤੇ ਆਤਮਾ ਤੇ ਇੰਨਾ ਭਾਰੀ ਆਵਰਣ ਯਾਨੀ ਕਵਰ ਲੱਗਾ ਹੋਇਆ ਹੈ ਕਿ ਕਿਸੇ ਨੂੰ ਵੀ ਕੁਝ ਨਹੀਂ ਪਤਾ ਕਿ ਮੇਰਾ ਰਚਨਾਕਾਰ ਕੌਣ ਹੈ, ਮੈਂ ਕਿਹੜੇ ਗ੍ਰਹਿ ਤੋਂ ਜਾਂ ਸੋਲਰ ਸਿਸਟਮ ਤੋਂ ਜਾਂ ਗੈਲੈਕਸੀ ਤੋਂ ਜਾਂ ਯੂਨੀਵਰਸ ਤੋਂ ਜਾਂ G2 ਤੋਂ ਆਇਆ ਹਾਂ। ਕਿਸੇ ਨੂੰ ਕੁਝ ਵੀ ਨਹੀਂ ਪਤਾ। ਜਦੋਂ ਤੱਕ ਆਤਮ ਸਰੂਪ ਯਾਨੀ ਆਪਣੇ ਆਪ ਨੂੰ ਜਾਣਨ ਵਾਲੇ ਨਹੀਂ ਬਣਨਗੇ, ਉਦੋਂ ਤੱਕ ਕੁਝ ਵੀ ਨਹੀਂ ਪਤਾ ਲੱਗੇਗਾ। ਅੰਤ ਸਮੇਂ 'ਚ ਤੇ ਸਾਰੀਆਂ ਬੇਹੱਦ ਦੀ ਆਤਮਾਵਾਂ ਆਪਣੀ ਪਾਵਰ ਤੋਂ, ਆਪਣੀ ਖੁਦ ਦੀ ਪਾਵਰ ਤੋਂ ਸਾਰਿਆਂ ਨੂੰ ਜਗਾਉਣਗੀਆਂ ਅਤੇ ਸਾਰੇ ਸੰਸਾਰ ਤੇ ਪਰਮ ਲਾਈਟ ਦੇਣਗੀਆਂ, ਸਭ ਨੂੰ ਦੇਵ ਦ੍ਰਿਸ਼ਟੀ ਦੇਣਗੀਆਂ। ਉਦੋਂ ਫਿਰ ਸਭ ਆਪਣੇ ਆਪ ਨੂੰ ਜਾਣਨਗੇ।
ਬੇਹਦ ਦੇ 16,000 ਦੀ ਅਤੇ 9 ਲੱਖ ਦੀ ਰਚਨਾ ਸਿਰਫ 5,000 ਸਾਲ ਪਹਿਲਾਂ ਯਾਨੀ ਕ੍ਰਿਸ਼ਨ ਅਵਤਾਰ ਤੋਂ ਥੋੜਾ ਸਮਾਂ ਪਹਿਲਾਂ ਛੋਟੂ ਰਾਮ ਨੇ ਆਪਣੇ ਗੋਲੇ 'ਚ ਯਾਨੀ ਨਿਰਾਕਾਰੀ ਗੋਲੇ ਤੇ ਰਹਿ ਕੇ ਕੀਤੀ ਸੀ। ਆਤਮਾਵਾਂ ਨਿਰਾਕਾਰੀ ਬਣਾਈਆਂ ਸੀ, ਫਿਰ ਉਹਨਾਂ ਨੂੰ ਉੱਥੇ ਹੀ ਆਕਾਰੀ ਬਣਾ ਕੇ ਧਰਤੀ ਤੇ ਸੂਖਮ ਸਰੀਰ ਨਾਲ ਉਤਾਰਿਆ। ਉਹ ਸਾਰੀਆਂ ਆਤਮਾਵਾਂ ਪਹਿਲੀ ਵਾਰ ਧਰਤੀ ਤੇ ਜਨਮ ਲੈ ਕੇ ਆਈਆਂ ਸਨ। ਉਹਨਾਂ ਨੇ ਧਰਤੀ ਤੇ ਕੀ ਰੋਲ ਕਰਨਾ ਹੈ ਕੀ ਨਹੀਂ, ਇਹ ਸਭ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਸੀ। ਧਰਤੀ ਤੇ ਯਾਨੀ ਸਾਰੀ ਧਰਤੀ ਤੇ 9 ਲੱਖ ਦੀ ਡਿਊਟੀ ਵੱਡੇ ਵੱਡੇ ਸ਼ਾਹੂਕਾਰਾਂ ਦੀ ਸੀ, ਯਾਨੀ ਉਹ ਸ਼ਾਹੂਕਾਰ ਬਣੇ ਸਨ। 16,000 ਜੋ ਸੀ ਉਹ ਛੋਟੇ ਵੱਡੇ ਰਾਜਿਆਂ ਦੇ ਮੰਤਰੀ ਮਹਾਮੰਤਰੀ ਸਨ। 108 ਮਹਾਰਾਜਾ ਬਣੇ ਸਨ। 1008 ਛੋਟੇ ਰਾਜਾ ਬਣੇ ਸਨ। ਇਹ ਸਾਰਿਆਂ ਦਾ ਰੋਲ ਸੀ। ਅੰਤ ਤੇ ਇਸ ਤਰ੍ਹਾਂ ਦੀ ਸਲਾਹ ਸੀ ਕਿ ਸਾਰੇ ਇਕੱਠੇ ਹੋਵਾਂਗੇ ਅਤੇ ਇਕੱਠੇ ਹੋ ਕੇ ਸਭ ਵਧੀਆ ਕਰਾਂਗੇ, ਪਰ ਉਹ ਸਲਾਹ ਪ੍ਰੈਕਟੀਕਲ ਯਾਨੀ ਅਮਲ 'ਚ ਨਹੀਂ ਆ ਸਕੀ ਸੀ। ਸਭ ਕੁਝ ਸਹੀ ਤਰੀਕੇ ਨਾਲ ਨਹੀਂ ਸੀ। ਤੱਤਾਂ ਦੇ ਬਦਲਾਵ ਦਾ ਗਿਆਨ ਉਸ ਸਮੇਂ ਨਹੀਂ ਸੀ। ਕ੍ਰਿਸ਼ਨ ਅਵਤਾਰ ਦੇ ਸਮੇਂ ਤੱਤਾਂ ਦੇ ਬਦਲਾਵ ਦਾ ਗਿਆਨ ਨਹੀਂ ਸੀ। ਇਸ ਲਈ ਨਾ ਚਾਹੁੰਦੇ ਹੋਏ ਵੀ ਕ੍ਰਿਸ਼ਨ ਨੂੰ ਮਹਾਭਾਰਤ ਦੀ ਲੜਾਈ ਕਰਨੀ ਪਈ ਤੇ ਜੋ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੀ ਹੈ। ਪਰ ਜੇਕਰ ਉਸੇ ਸਮੇਂ ਤੱਤਾਂ ਦੇ ਬਦਲਾਵ ਦਾ ਗਿਆਨ ਹੁੰਦਾ ਤੇ ਧਰਤੀ ਤੇ ਇੱਕ ਜਗ੍ਹਾ ਤੇ 10 ਕਲਾ ਦਾ ਪਰਮ ਲਾਈਟ ਦਾ ਗੋਲਾ ਉਤਾਰ ਕੇ ਤੇ ਉਸ ਦੇ ਅੰਦਰ ਸਾਰਿਆਂ ਨੂੰ ਰੱਖ ਲੈਂਦੇ ਤੇ ਤੱਤਾਂ ਦਾ ਬਦਲਾਵ ਹੋ ਜਾਣਾ ਸੀ। ਪਰ ਉਹ ਗਿਆਨ ਕਿਸੇ ਨੂੰ ਵੀ ਨਹੀਂ ਸੀ। ਤੱਤਾਂ ਦੇ ਬਦਲਾਵ ਦਾ ਗਿਆਨ ਤੇ ਕੁਝ ਵੀ ਨਹੀਂ ਸੀ। ਅੱਜ ਜੋ ਗਿਆਨ ਦੇ ਰਹੇ ਹਾਂ ਉਹਦੇ ਵਿੱਚੋਂ ਇੱਕ ਪੈਸੇ ਦਾ ਵੀ ਗਿਆਨ ਉਸ ਵਕਤ ਨਹੀਂ ਸੀ। ਇਸ ਲਈ ਕ੍ਰਿਸ਼ਨ ਅਵਤਾਰ ਤੇ ਸਾਰੇ ਸੰਸਾਰ ਦਾ ਬਦਲਾਵ ਨਹੀਂ ਹੋਇਆ। ਰਾਮ ਅਵਤਾਰ ਦੇ ਵਕਤ ਦਾ ਤੇ ਕੋਈ ਸਵਾਲ ਹੀ ਨਹੀਂ ਹੈ। ਇਹ ਤੇ ਹੁਣ ਆਲਮਾਈਟੀ ਜਦੋਂ ਸਾਕਾਰ ਤੇ ਖੁਦ ਜਦੋਂ ਆਉਂਦਾ ਹੈ ਤੇ ਹੀ ਸਾਰੀ ਦੇਖਭਾਲ ਹੁੰਦੀ ਹੈ ਅਤੇ ਤੱਤਾਂ ਦੇ ਬਦਲਾਵ ਦਾ ਗਿਆਨ ਦਾ ਪਤਾ ਲੱਗਦਾ ਹੈ। ਤੱਤ ਕਿਸ ਤਰ੍ਹਾਂ ਬਣੇ, ਨਿਰਾਕਾਰੀ ਤੋਂ ਆਕਾਰੀ, ਆਕਾਰੀ ਤੋਂ ਸਾਕਾਰੀ ਕਿਉਂ ਬਣੇ, ਕਿਸ ਤਰ੍ਹਾਂ ਬਣੇ, ਹੁਣ ਸਾਰੇ ਫੇਰ ਵਾਪਿਸ ਸਾਕਾਰੀ ਤੋਂ ਆਕਾਰੀ ਅਤੇ ਆਕਾਰੀ ਤੋਂ ਨਿਰਾਕਾਰੀ ਕਿਸ ਤਰ੍ਹਾਂ ਬਣਨਗੇ ਤੇ ਤੱਤ ਦੇ ਬਦਲਾਵ ਦਾ ਇਹ ਗਿਆਨ ਜੋ ਅਮਲ ਤੇ ਆ ਸਕੇ ਬਹੁਤ ਮਿਹਨਤ ਦੇ ਬਾਅਦ ਸਮਝ ਤੇ ਆਂਦਾ ਹੈ। ਇੰਨੀ ਆਸਾਨ ਚੀਜ਼ ਨਹੀਂ ਹੈ ਸਭ ਕੁਝ ਸਮਝਣਾ। ਇਸ ਲਈ ਬੇਹੱਦ ਦੀਆਂ ਆਤਮਾਵਾਂ ਵੀ ਇੱਕ ਵੀਡੀਓ ਕਈ ਵਾਰ ਸੁਣਨਗੀਆਂ ਤੇ ਫਿਰ ਗਿਆਨ ਸਮਝ ਆਏਗਾ। ਪਰਮ ਸ਼ਾਂਤੀ।